Praise the Lord to all. Christian Kids Facebook page ਦੇ ਉੱਤੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ। ਸੋ ਅੱਜ ਦੀ ਜਿਹੜੀ ਸਾਡੀ ਵੀਡੀਓ ਆ ਉਹਦਾ ਵਿਸ਼ਾ ਆ ਸਪਰੈਡਿੰਗ ਗੋਸਪਲ, ਸਪਰੈਡਿੰਗ ਦ ਵਰਡ ਆਫ ਗॉड। ਸੋ ਅੱਜ ਅਸੀਂ ਇਸ ਟੌਪਿਕ ਦੇ ਬਾਰੇ ਸਿੱਖਾਂਗੇ। ਸੋ ਜਦੋਂ ਅਸੀਂ ਇਸ ਵਰਡ ਨੂੰ ਸੁਣਦੇ ਹਾਂ ਸਪਰੈਡਿੰਗ ਗੋਸਪਲ ਜਾਂ ਸਪਰੈਡਿੰਗ ਵਰਡ ਆਫ ਗॉड, ਸਾਡੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਚੀਜ਼ ਆਉਂਦੀ ਆ ਵੀ ਇਸ ਚੀਜ਼ ਨੂੰ ਅਸੀਂ ਕਰਨਾ ਕਿੱਦਾਂ ਆ। ਕਰਕੇ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਆ ਵੀ ਸਾਨੂੰ ਡਰ ਲੱਗਦਾ ਕਿਤੇ ਅਸੀਂ ਰਿਜੈਕਟ ਨਾ ਹੋ ਜਾਈਏ, ਕਿਤੇ ਸਾਨੂੰ ਇਗਨੋਰ ਨਾ ਕਰ ਦੇਵੇ ਕੋਈ, ਜਾਂ ਅਸੀਂ ਕਿੱਦਾਂ ਜਾ ਕੇ ਉਹਨਾਂ ਦੇ ਨਾਲ ਕਨਵਰਸੇਸ਼ਨ ਸ਼ੁਰੂ ਕਰਨੀ ਆ। ਸੋ ਇਹ ਜਿਹੜੀਆਂ ਪ੍ਰੋਬਲਮਸ ਹੈ ਇਹ ਨਾਰਮਲੀ ਜਿਹੜੇ ਅਸੀਂ ਫੇਸ ਕਰਦੇ ਆ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਵਚਨ ਨੂੰ ਕਿਸੇ ਦੇ ਕੋਲ ਜਾ ਕੇ ਦੱਸਣਾ ਹੁੰਦਾ ਹੈ। ਕਰਕੇ ਪਰਮੇਸ਼ਵਰ ਜੀ ਸਾਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਚਾਹੁੰਦੇ ਆ। ਵਚਨ ਦੇ ਅਨੁਸਾਰ ਸਾਨੂੰ ਇੱਕ ਕੰਮ ਦਿੱਤਾ ਗਿਆ ਆ ਪਰਮੇਸ਼ਵਰ ਜੀ ਵੱਲੋਂ ਕਿ ਅਸੀਂ ਉਹਨਾਂ ਦਾ ਵਚਨ ਲੋਕਾਂ ਦੇ ਵਿੱਚ ਜਾ ਕੇ ਦਸੀਏ। ਸੋ ਜਿਹੜਾ ਕੰਮ ਪਰਮੇਸ਼ਵਰ ਜੀ ਸਾਡੇ ਲਈ ਠਹਿਰਾਉਂਦੇ ਉਹਦੇ ਵਾਸਤੇ ਪਰਮੇਸ਼ਵਰ ਜੀ ਆਪੇ ਸਾਨੂੰ ਦਲੇਰੀ ਦੇ ਦਿੰਦੇ, ਆਪੇ ਸਾਨੂੰ ਕਰੇਜ ਦੇ ਦਿੰਦੇ ਕਿ ਅਸੀਂ ਉਸ ਚੀਜ਼ ਨੂੰ ਕਰ ਸਕੀਏ। ਸੋ ਅਸੀਂ ਇਸ ਚੀਜ਼ ਨੂੰ ਕਰ ਸਕਦੇ ਬਹੁਤ ਈਜ਼ੀਲੀ। ਜੋ ਅਸੀਂ ਕਰਨਾ ਆ ਉਹ ਸਿਰਫ ਪ੍ਰੇਅਰ, ਜਿਹੜੀ ਪ੍ਰੇਅਰ ਆ ਉਹਦੇ ਵਿੱਚ ਅਸੀਂ ਇਸ ਚੀਜ਼ ਨੂੰ ਮੰਗਣਾ ਆ ਕਿ ਪਰਮੇਸ਼ਵਰ ਜੀ ਸਾਨੂੰ ਦਲੇਰੀ ਦਾ ਆਤਮਾ ਦੇਣ, ਸਾਨੂੰ ਕੌਨਫੀਡੈਂਸ ਦੇਣ, ਤਾਂ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਦੱਸ ਸਕੀਏ, ਉਹਨਾਂ ਦੇ ਵਿੱਚ ਪ੍ਰਚਾਰ ਕਰ ਸਕੀਏ। ਸੋ ਇਹਦੇ ਵਿੱਚ ਕੁਝ ਵੀ ਅਨਕਾਮਨ ਨਹੀਂ ਆ, ਇਟਸ ਕੁਆਇਟ ਕਾਮਨ। ਅਸੀਂ ਬਾਈਬਲ ਦੇ ਵਿੱਚੋਂ ਵੀ ਦੇਖਦੇ ਹਾਂ। ਮੈਂ ਤੁਹਾਡੇ ਨਾਲ 2 ਐਗਜ਼ਾਮਪਲਸ ਬਾਈਬਲ 'ਚੋਂ ਸ਼ੇਅਰ ਕਰਦੀ ਹਾਂ ਜਿਹਦੇ ਵਿੱਚ ਅਸੀਂ ਅਨਕੰਫਰਟੇਬਲਨੈਸ ਦੇਖਦੇ ਹਾਂ ਪਰਮੇਸ਼ਵਰ ਦਾ ਵਚਨ ਦੱਸਣ ਦੇ ਵਿੱਚ। Jonah was called to go to the Nineveh to preach the word of Lord to its people so that they may be saved. Because Jonah was not comfortable and was afraid, he fled from the Lord. ਜੋਨਾਹ ਨੂੰ ਨੀਨਵਾ ਜਾ ਕੇ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ, ਪਰ ਉਹ ਕੰਫਰਟੇਬਲ ਨਹੀਂ ਫੀਲ ਕਰ ਰਿਹਾ ਸੀ। ਐਂਡ ਜੇ ਅਸੀਂ ਦੇਖਦੇ ਹਾਂ ਪਤਰਸ ਦੇ ਬਾਰੇ, Peter, one of Jesus' 12 disciples, denied him 3 times. ਪਤਰਸ ਨੇ 3 ਵਾਰੀ ਨਾ ਕੀਤੀ because he was afraid that he would get killed for admitting to being one of his followers. ਉਹ ਜਾਣਦਾ ਸੀ ਕਿ ਜੇ ਉਹਨੇ ਐਡਮਿਟ ਕਰ ਲਿਆ, ਜੇ ਉਹਨੇ ਮੰਨ ਲਿਆ ਕਿ ਉਹ ਜੀਸਸ ਦੀਆਂ ਟੀਚਿੰਗਸ ਨੂੰ ਫੋਲੋ ਕਰਦਾ ਹੈ ਤਾਂ ਉਹਨੂੰ ਮਾਰ ਦਿੱਤਾ ਜਾਣਾ। ਉਹਨੇ ਆਪਣੀ ਜਾਨ ਬਚਾਉਣ ਵਾਸਤੇ ਉਹਦੇ ਮਨ 'ਚ ਇੱਕ ਡਰ ਆਇਆ, ਇੱਕ ਅਨਕੰਫਰਟੇਬਲਨੈਸ ਉਹਨੇ ਫੀਲ ਕੀਤੀ ਤੇ ਉਹਨੇ 3 ਵਾਰੀ ਪਰਮੇਸ਼ਵਰ ਨੂੰ, ਜੀਸਸ ਨੂੰ ਪਹਿਚਾਨਣ ਦੀ ਨਾ ਕਰ ਦਿੱਤੀ। So this is not an uncommon fear, but the fear is the most dangerous weapon because like walking in faith brings you closer to God, the same way does the fear pushes you closer to the enemy. ਜਿੱਦਾਂ ਸਾਡਾ ਈਮਾਨ ਜਿਹੜਾ ਫੇਥ ਆ ਉਹ ਸਾਨੂੰ ਪਰਮੇਸ਼ਵਰ ਦੇ ਨੇੜੇ ਲੈ ਕੇ ਜਾਂਦਾ, ਸੇਮ ਵੇ ਦੇ ਨਾਲ ਜਿਹੜਾ ਡਰ ਆ ਉਹ ਸਾਨੂੰ ਧੱਕਦਾ ਆ ਵੈਰੀ ਦੀ ਵੱਲ। ਸੋ ਇਹ ਜਿਹੜਾ ਡਰ ਆ ਇਹ ਸਾਨੂੰ ਆਪਣੇ ਮਨਾਂ ਚੋਂ ਕੱਢਣਾ ਪੈਣਾ। ਜਦੋਂ ਅਸੀਂ ਦਲੇਰੀ ਮੰਗਾਂਗੇ ਪਰਮੇਸ਼ਵਰ ਦੇ ਕੋਲੋਂ, ਡੈਫੀਨੇਟਲੀ ਸਾਡੇ ਕੋਲ ਦਲੇਰੀ ਆਊਗੀ। ਕਦੇ ਵੀ ਇਹ ਆਪਣੇ ਮੂੰਹ ਚੋਂ ਆਪ ਨਹੀਂ ਕਹਿਣਾ ਕਿ ਸਾਨੂੰ ਡਰ ਲੱਗਦਾ ਆ ਜਾਂ ਅਸੀਂ ਘਬਰਾਹਟ ਫੀਲ ਕਰਦੇ, ਕਰਕੇ ਸਾਡੇ ਵਰਡਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਆ। ਕਦੀ ਨੈਗੇਟਿਵ ਨਹੀਂ ਬੋਲਣਾ, ਨਾ ਆਪਣੇ ਲਈ ਕਦੀ ਨੈਗੇਟਿਵ ਬੋਲਣਾ, ਨਾ ਕਿਸੇ ਦੇ ਲਈ ਕਦੀ ਨੈਗੇਟਿਵ ਬੋਲਣਾ। ਇਹ ਆਪਣੀ ਅੱਜ ਤੋਂ ਆਦਤ ਬਣਾ ਲੈਣੀ। ਅਸੀਂ ਇਸ ਚੀਜ਼ ਦੇ ਯੂਜ਼ ਟੂ ਹੋਣਾ ਆ, ਇਸ ਚੀਜ਼ ਦੇ ਯੂਜ਼ ਟੂ ਬਣਨਾ ਆ। ਸੋ ਸਾਡੇ ਪਾਸਟਰ ਜੀ ਸਾਨੂੰ ਸੈਟਰਡੇ ਦੀਆਂ ਨਾਈਟ ਮੀਟਿੰਗਸ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਹਫ਼ਤੇ ਦੀ ਫਾਸਟਿੰਗ ਕਰਵਾਈ ਸੀ, ਜਿਹਦੇ ਵਿੱਚ ਉਹ ਕਹਿੰਦੇ ਸੀਗੇ ਕਿ ਜਦੋਂ ਅਸੀਂ ਨੈਗੇਟਿਵ ਵਰਡਸ ਬੋਲਣੇ ਬੰਦ ਕਰ ਦਿੰਦੇ ਆ ਆਪਣੇ ਲਈ ਜਾਂ ਕਿਸੇ ਦੇ ਲਈ, ਜਾਂ ਚੁਗਲੀ ਕਰਨੀ ਬੰਦ ਕਰ ਦਿੰਦੇ ਆ, ਸਾਰੀਆਂ ਬੁਰੀਆਂ ਚੀਜ਼ਾਂ ਜਦੋਂ ਅਸੀਂ ਕਰਨੀਆਂ ਬੰਦ ਕਰ ਦਿੰਦੇ ਆ ਤੇ ਸਾਡੇ ਵਰਡਸ ਦੇ ਵਿੱਚ, ਜਿਹੜੇ ਸਾਡੇ ਮੂੰਹ ਚੋਂ ਅੱਖਰ ਨਿਕਲਦੇ ਉਹਨਾਂ ਦੇ ਵਿੱਚ ਪਾਵਰ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਅਸੀਂ ਸਾਰਿਆਂ ਨੇ ਰਲ ਕੇ ਉਸ ਫਾਸਟਿੰਗ ਕਰਨ ਦੀ ਸਾਰਿਆਂ ਨੇ ਬਹੁਤ ਟਰਾਈ ਕੀਤੀ ਐਂਡ ਹੁਣ ਬਹੁਤ ਜਾਣਿਆਂ ਦੀ ਉਹਨਾਂ ਦੇ ਵਿੱਚੋਂ 70-60% ਜਿਹੜੇ ਲੋਕੀ ਉਹਨਾਂ ਦੀ ਆਦਤ ਬਣ ਚੁੱਕੀ ਆ ਉਹ ਸਾਡੇ ਉਸ ਗਰੁੱਪ ਦੇ ਵਿੱਚੋਂ ਕਿ ਉਹ ਕਿਸੇ ਦੇ ਲਈ ਬੁਰਾ ਨਹੀਂ ਬੋਲਦੇ, ਔਰ ਜਦ ਉਹ ਕੁਛ ਵੀ ਬੋਲਦੇ ਆ ਉਹ ਚੀਜ਼ ਪੂਰੀ ਹੁੰਦੀ ਆ, ਕਰਕੇ ਪਰਮੇਸ਼ਵਰ ਜੀ ਦੀ ਕਿਰਪਾ ਸਾਡੇ ਮੁਖ ਦੇ ਵਿੱਚ, ਸਾਡੇ ਮੂੰਹ ਦੇ ਉੱਤੇ ਆਉਂਦੀ ਆ। ਕਰਕੇ ਜਦੋਂ ਅਸੀਂ
ਪੋਜ਼ਿਟਿਵਿਟੀ ਦੇ ਵਿੱਚ ਆ ਜਾਂਦੇ ਆ, ਸਾਡੇ ਅਸੀਂ ਪੋਜ਼ਿਟਿਵ ਵਾਈਬ੍ਰੇਸ਼ਨਸ ਰਿਲੀਜ਼ ਕਰਦੇ ਆ। ਤੇ ਜਦੋਂ ਉਹ ਪੋਜ਼ਿਟਿਵਿਟੀ ਜਿਹੜੀ ਬਹੁਤ ਪਾਵਰਫੁਲ ਆ, ਜਦੋਂ ਅਸੀਂ ਉਸ ਪੋਜ਼ਿਟਿਵਿਟੀ ਦੇ ਨਾਲ ਕੁਝ ਵੀ ਬੋਲਦੇ ਆ ਤਾਂ ਯੂਨੀਵਰਸ ਦੀਆਂ ਸਾਰੀਆਂ ਪਾਵਰਸ ਉਸ ਚੀਜ਼ ਨੂੰ ਕਰੰਟ 'ਚ ਲੱਗ ਜਾਂਦੀਆਂ। ਸੋ ਸਾਡੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਆ, ਸਾਡੇ ਮੁਖ ਤੇ ਸ਼ਬਦਾਂ 'ਚ ਬਹੁਤ ਸਾਮਰਥ ਆ। ਜੋ ਅਸੀਂ ਕਰਨਾ ਹੈ ਉਹ ਸਿਰਫ ਆਪਣੇ ਮੂੰਹ ਤੇ ਕੰਟਰੋਲ ਕਰਨਾ, ਆਪਣੇ ਮਾਈਂਡ ਤੇ ਆਪਣੀਆਂ ਥਾਟਸ ਤੇ। ਜਦੋਂ ਅਸੀਂ ਇਹਨਾਂ ਆਪਣੇ ਮਾਈਂਡ ਤੇ ਕੰਟਰੋਲ ਕਰ ਲਿਆ, ਆਪਣੀਆਂ ਥਾਟਸ ਤੇ ਕੰਟਰੋਲ ਕਰ ਲਿਆ, ਤਾਂ ਆਬਵੀਅਸਲੀ ਸਾਡੇ ਮੂੰਹ ਦੇ ਵਿੱਚੋਂ ਕੁਝ ਗਲਤ ਨਿਕਲਣਾ ਹੀ ਨਹੀਂ ਆ। ਔਰ ਇਹ ਸਭ ਕੁਝ ਅਸੀਂ ਕਦੀ ਆਪ ਨਹੀਂ ਕਰ ਸਕਦੇ, ਸਾਨੂੰ ਹਰ ਚੀਜ਼ ਦੇ ਵਿੱਚ ਪਰਮੇਸ਼ਵਰ ਜੀ ਦੀ ਸਹਾਇਤਾ ਦੀ ਲੋੜ ਹੁੰਦੀ ਆ। ਸੋ ਤੁਸੀਂ ਪ੍ਰੇਅਰ ਦੇ ਵਿੱਚ ਮੰਗ ਸਕਦੇ ਹੁੰਦੇ ਆ ਕਿ ਪਾਕ ਰੂਹ ਜੀ ਸਾਨੂੰ ਸਿਖਾਉਣ, ਸਾਨੂੰ ਚਲਾਉਣ, ਸਾਡੀਆਂ ਸੋਚਾਂ ਤੇ, ਸਾਡੇ ਵਿਚਾਰਾਂ ਤੇ, ਸਾਡੇ ਮੂੰਹ ਤੇ ਕਬਜ਼ਾ ਕਰਨ। ਜਦੋਂ ਅਸੀਂ ਇਸ ਚੀਜ਼ ਨੂੰ ਆਪਣੀ ਪ੍ਰੇਅਰ ਦੇ ਵਿੱਚ ਐਡ ਕਰਦੇ ਆ ਐਂਡ ਇਟ ਵਰਕਸ, ਇਟ ਡੈਫੀਨੇਟਲੀ ਵਰਕਸ। ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਨਾ, ਕਿਉਂਕਿ ਜਦੋਂ ਪੋਜ਼ਿਟਿਵਿਟੀ ਸਾਡੇ ਵਿੱਚ ਨਹੀਂ ਹੋਊਗੀ, ਅਸੀਂ ਲੋਕਾਂ ਦੇ ਵਿੱਚ ਕੀ ਕਰਾਂਗੇ? ਜਿਹੜੀਆਂ ਵਾਈਬ੍ਰੇਸ਼ਨਸ ਸਾਡੇ 'ਚ ਹੋਣਗੀਆਂ, ਅਸੀਂ ਉਹੀ ਅਗਲੇ 'ਚ ਟ੍ਰਾਂਸਫਾਰਮ ਕਰਦੇ ਆ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਟਾਈਮ ਅਸੀਂ ਆਪਣੇ ਆਪ ਨੂੰ ਪੋਜ਼ਿਟਿਵਿਟੀ ਦੇ ਨਾਲ ਨਹੀਂ ਭਰਦੇ, ਉਹਨਾਂ ਟਾਈਮ ਸਾਨੂੰ ਕਿਸੇ ਦੇ ਕੋਲ ਨਹੀਂ ਜਾਣਾ ਚਾਹੀਦਾ, ਕਰਕੇ ਅਗਲਾ ਭਾਵੇਂ ਠੀਕ ਵੀ ਹੋਵੇ, ਸਾਡੀਆਂ ਉਹ ਵਾਈਬ੍ਰੇਸ਼ਨਸ ਜਿਹੜੀਆਂ ਨਹੀਂ ਚੰਗੀਆਂ, ਉਹਦੇ ਨਾਲ ਅਗਲਾ ਅਪਸੈਟ ਹੋ ਸਕਦਾ ਤੇ ਉਹ ਕਦੇ ਵੀ ਲਾਈਕ ਨਹੀਂ ਕਰੂਗਾ ਕਿ ਉਹਨੂੰ ਕੋਈ ਇਦਾਂ ਆ ਕੇ ਦੱਸੇ। ਸੋ ਸਭ ਤੋਂ ਪਹਿਲਾਂ ਸਾਨੂੰ ਪੋਜ਼ਿਟਿਵਿਟੀ ਦੇ ਨਾਲ ਭਰਨਾ ਆ, ਆਪਣੇ ਆਪ ਨੂੰ ਪੋਜ਼ਿਟਿਵ ਕਰਨਾ, ਦੈਨ ਅਸੀਂ ਪਰਮੇਸ਼ਵਰ ਦੇ ਗੋਸਪਲ ਨੂੰ ਸਪਰੈਡ ਕਰ ਸਕਦੇ ਹਾਂ। ਸੋ ਸਾਨੂੰ ਸਾਡੇ ਕੰਫਰਟ ਜ਼ੋਨ ਚੋਂ ਬਾਹਰ ਆਉਣਾ ਪੈਣਾ ਆ, ਕਰਕੇ ਬਾਈਬਲ 'ਚ ਲਿਖਿਆ, ਬਟ ਵੀ ਆਰ ਕਾਲਡ to step outside of our comfort zone to share the word of Christ so they may be able to call him Lord and Savior. ਸਾਨੂੰ ਸਾਡੇ ਕੰਫਰਟ ਜ਼ੋਨ ਚੋਂ ਬਾਹਰ ਆਉਣਾ ਪੈਣਾ। ਕੰਫਰਟ ਜ਼ੋਨ ਚੋਂ ਬਾਹਰ ਆਉਣ ਦਾ ਭਾਵ ਕੌਨਫੀਡੈਂਸ 'ਚ ਆਉਣਾ ਪੈਣਾ, ਦਲੇਰੀ ਦੇ ਵਿੱਚ ਆਉਣਾ ਪੈਣਾ, ਡਰ ਨੂੰ ਦੂਰ ਕਰਨਾ ਪੈਣਾ ਔਰ ਵਰਕਆਊਟ ਕਰਨਾ ਪੈਣਾ ਵਾ ਪ੍ਰੇਅਰਸ ਦੇ ਵਿੱਚ, ਤਾਂ ਕਿ ਅਸੀਂ ਪੋਜ਼ਿਟਿਵਿਟੀ ਦੇ ਵਿੱਚ ਵਧੀਏ। ਰਾਈਟ, ਸੋ ਅਸੀਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ, John chapter 14 verse 6 says, Jesus said to them, I am the way, the truth and the light. No one comes to the Father except through me. So Jesus ਦੇ ਬਾਰੇ ਸਾਨੂੰ ਲੋਕਾਂ ਨੂੰ ਦੱਸਣਾ ਪੈਣਾ, ਕਰਕੇ ਬਾਈਬਲ ਦੇ ਵਿੱਚ ਲਿਖਿਆ ਜੀਸਸ ਤੋਂ ਬਿਨਾ ਪਰਮੇਸ਼ਵਰ ਜੀ ਤੱਕ, ਪਿਤਾ ਜੀ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ। ਸੋ ਅਸੀਂ ਲੋਕਾਂ ਨੂੰ ਜੀਸਸ ਦੇ ਬਾਰੇ ਦੱਸਣਾ ਕਿ ਜੀਸਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ, ਸਾਡੇ ਲਈ ਲੋਕਾਂ ਤੋਂ ਇੰਨਾ ਦੁੱਖ ਸਹਿਆ, ਇੰਨੀ ਲੋਕਾਂ ਨੇ ਉਹਨਾਂ ਨੂੰ ਕਿੰਨਾ ਅਬਿਊਜ਼ ਕੀਤਾ, ਸਿਰਫ ਸਾਡੇ ਲਈ ਕੀਤਾ ਤਾਂ ਕਿ ਅਸੀਂ ਇੱਕ ਫਰੀडम ਦੀ ਲਾਈਫ ਜੀ ਸਕੀਏ, ਇੱਕ ਐਵਰਲਾਸਟਿੰਗ ਲਾਈਫ ਜਿਹੜੀ ਉਹ ਜੀ ਸਕੀਏ। ਇਸ ਕਰਕੇ ਐਵਰਲਾਸਟਿੰਗ ਲਾਈਫ ਜਿਹੜੀ ਉਹ ਹੈਵਨ ਦੇ ਵਿੱਚ ਆ। ਜਦੋਂ ਸਾਨੂੰ ਪਤਾ ਲੱਗ ਗਿਆ ਜੀਸਸ ਸਾਡੇ ਸੇਵੀਅਰ ਆ, ਸਾਡੇ ਸਾਰੇ ਪਾਪ ਮਾਫ ਹੋ ਜਾਣੇ ਆ ਔਰ ਅਸੀਂ ਸਵਰਗ ਦੇ ਵਿੱਚ ਹਮੇਸ਼ਾ ਦਾ ਜੀਵਨ ਜੀ ਸਕਦੇ, ਜਿੱਥੇ ਹਮੇਸ਼ਾ ਲਈ ਖੁਸ਼ੀਆਂ ਹੀ ਖੁਸ਼ੀਆਂ, ਕੋਈ ਕਦੇ ਪ੍ਰੋਬਲਮ ਨਹੀਂ ਹੁੰਦੀ। ਸੋ ਇਸ ਵਰਡ ਨੂੰ ਸਪਰੈਡ ਕਰਨਾ ਅਸੀਂ। So the last words that Jesus said to his disciples before he ascended into heaven were, ਅਸੀਂ Matthew chapter 28 verse 18 to 20 ਦੇ ਵਿੱਚ ਚੈੱਕ ਕਰਦੇ ਹਾਂ, Therefore I go and make disciples of all nations, baptizing them in the Holy Spirit and teaching them all that I have commanded you, and surely I am with you always to the very end of the age. So ਮਤੀ ਉਹਦਾ 28 ਉਹਦੀ 18 to 20 verse ਦੇ ਵਿੱਚ ਲਿਖਿਆ ਆ ਕਿ ਜੀਸਸ ਨੇ ਜਾਣ ਤੋਂ ਪਹਿਲਾਂ ਕਿਹਾ ਸੀਗਾ ਕਿ ਜਾ ਕੇ ਮੇਰੇ ਜਿਹੜੀਆਂ ਮੈਂ ਕਮਾਂਡਮੈਂਟਸ ਦਿੱਤੀਆਂ ਆ, ਜਿਹੜੇ ਮੇਰੇ ਵਚਨ ਆ, ਉਹ ਜਾ ਕੇ ਲੋਕਾਂ ਨੂੰ ਦੱਸੋ ਐਂਡ ਪਵਿੱਤਰ ਆਤਮਾ ਜੀ ਦਾ ਬਪਤਿਸਮਾ ਉਹਨਾਂ ਨੂੰ ਦਿਵਾਓ, ਤੇ ਮੈਂ surely I am with you always to the very end of the ages. ਤੇ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਕੰਮਾਂ ਨੂੰ ਕਰਦੇ ਆ, ਉਹ ਸਾਡੇ ਨਾਲ ਆਪ ਹੁੰਦੇ ਆ, ਉਹਨਾਂ ਨੇ ਸਾਨੂੰ ਸਹਾਇਕ ਬਖਸ਼ਿਆ ਆ, ਪਾਕ ਰੂਹ ਜੀ। ਔਰ ਜਦੋਂ ਪਾਕ ਰੂਹ ਜੀ ਸਾਨੂੰ ਸਿਖਾਉਂਦੇ ਆ, ਅਸੀਂ ਉਹਨਾਂ ਦੀ ਮਦਦ ਮੰਗਦੇ ਆ, ਤੇ ਡੈਫੀਨੇਟਲੀ ਅਸੀਂ ਉਸ ਸਮੇਂ ਸਾਡੇ ਆਪਣੇ ਆਪ ਚੋਂ ਅਸੀਂ ਕੁਛ ਨਹੀਂ ਕਹਿ ਰਹੇ ਹੁੰਦੇ, ਉਹ ਸਾਰਾ ਕੁਛ ਪਾਕ ਰੂਹ ਵੱਲੋਂ
ਹੁੰਦਾ ਆ, ਪਾਕ ਰੂਹ ਜੀ ਸਾਨੂੰ ਸਿਖਾਉਂਦੇ ਆ ਔਰ ਉਸ ਸਮੇਂ ਸਾਨੂੰ ਉਹੀ ਚਲਾਉਂਦੇ ਆ। ਸੋ ਇਸ ਵਚਨ ਦੇ ਵਿੱਚ ਪਰਮੇਸ਼ਵਰ ਜੀ ਨੇ ਕਿਹਾ all we have to do is to seed ਅਸੀਂ all we have to do is to plant the seed, he will do the rest। ਅਸੀਂ ਸਿਰਫ ਇੱਕ ਬੀ ਬੀਣਾ ਆ, ਬਾਕੀ ਬੀਜਣਾ ਆ, ਬਾਕੀ ਸਾਰਾ ਕੁਝ ਆਪੇ ਪਰਮੇਸ਼ਵਰ ਜੀ ਨੇ ਕਰ ਦੇਣਾ। ਸਾਡਾ ਕੰਮ ਇੱਕ ਬੇਸ ਨੂੰ ਸੈੱਟ ਕਰਨਾ, ਉੱਤੇ ਪਰਮੇਸ਼ਵਰ ਜੀ ਨੇ ਫੇਥ ਜਿਹੜਾ ਆ ਜਾਂ ਉਹਨਾਂ ਦਾ ਮਨ ਬਦਲੀ ਕਰਨਾ ਜਾਂ ਉਹਨਾਂ ਦੀ ਬੁੱਧ ਨੂੰ ਚੇਂਜ ਕਰਨਾ, ਉਹ ਜੀਸਸ ਨੇ ਆਪੇ ਹੀ ਕਰ ਦੇਣਾ। ਸਾਡਾ ਕੰਮ ਸਿਰਫ ਇੱਕ ਬੀ ਆ, ਉਹਨੂੰ ਬੀਜਣਾ ਆ। ਸੋ ਉਹਦੇ ਵਾਸਤੇ ਸਾਨੂੰ ਇੱਕ ਕਰੇਜ ਚਾਹੀਦਾ, ਇੱਕ ਕੌਨਫੀਡੈਂਸ ਚਾਹੀਦਾ, ਬਸ ਉਹਦੀ ਸਾਰੀ ਗੱਲ ਆ। ਪਰ ਮੈਂ ਕੁਝ ਆਲਟਰਨੇਟਿਵਸ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸਾਡੇ ਕੋਲ ਇਸ ਮਾਡਰਨ ਵਰਲਡ ਦੇ ਵਿੱਚ ਬਹੁਤ ਓਪਰਚੁਨਿਟੀਜ਼ ਆ ਜਿਹਦੇ ਨਾਲ ਜਿਹਨੂੰ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਯੂਟਿਲਾਈਜ਼ ਕਰ ਸਕਦੇ ਹਾਂ ਤਾਂ ਕਿ ਅਸੀਂ ਪਰਮੇਸ਼ਵਰ ਜੀ ਦੇ ਵਚਨ ਨੂੰ ਸਪਰੈਡ ਕਰ ਸਕੀਏ। So ask the Lord to help you because we have the best option. Ask the Lord. He surely gives you the courage because it's from Him. Don't let the fear of being rejected overcome you because Jesus was rejected. Reject ਹੋਣ ਦਾ, ਇਗਨੋਰ ਹੋਣ ਦਾ ਡਰ ਜਿਹੜਾ ਆਪਣੇ ਆਪ ਤੋਂ ਹਮੇਸ਼ਾ ਲਈ ਦੂਰ ਕਰ ਦਿਓ, ਕਰਕੇ ਜਦ ਜੀਸਸ ਰਿਜੈਕਟ ਹੋ ਸਕਦੇ ਤੇ ਅਸੀਂ ਕੌਣ ਹੁੰਦੇ ਜਿਹੜੇ ਸ਼ਰਮ ਮਹਿਸੂਸ ਕਰੀਏ ਰਿਜੈਕਟ ਹੋਣ ਦੇ ਵਿੱਚ। ਸਗੋਂ ਖੁਸ਼ ਹੋਣਾ ਚਾਹੀਦਾ ਇਸ ਕਰਕੇ ਜਦੋਂ ਅਸੀਂ ਕਿਸੇ ਚੰਗੀ ਚੀਜ਼ ਵੱਲ ਜਾਂਦੇ ਆ ਉਦੋਂ ਫੇਲੀਅਰਸ ਆਉਂਦੇ ਆ। ਦੇਖੋ ਜਿਹੜਾ ਬੰਦਾ ਵਿਹਲਾ ਬੈਠਾ ਉਹ ਕਿੱਦਾਂ ਫੇਲ ਹੋ ਸਕਦਾ, ਕਰਕੇ ਉਹ ਕੁਝ ਕਰ ਹੀ ਨਹੀਂ ਰਿਹਾ। ਪਰ ਜਦੋਂ ਅਸੀਂ ਸਕਸੈਸ ਦੇ ਵੇ ਤੇ ਜਾ ਰਹੇ ਆ, ਅਸੀਂ ਕੁਝ ਕਰ ਰਹੇ ਆ, ਇਹਦਾ ਜਦੋਂ ਅਸੀਂ ਫੇਲ ਹੁੰਦੇ ਡੈਫੀਨੇਟਲੀ ਇਹਦਾ ਮਤਲਬ ਇਹ ਆ ਵੀ ਅਸੀਂ ਕੁਝ ਕਰ ਰਹੇ ਆ ਤਾਂ ਹੀ ਅਸੀਂ ਫੇਲ ਹੋ ਰਹੇ ਆ। ਅਸੀਂ ਔਨ ਦਾ ਵੇ ਟੂ ਸਕਸੈਸ ਆ, ਤਾਂ ਕਰਕੇ ਅਸੀਂ ਫੇਲ ਹੋ ਰਹੇ ਆ। ਸੋ ਇਹਦੇ ਵਿੱਚ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ, ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ ਕਿ ਜੇ ਅਸੀਂ ਰਿਜੈਕਟ ਹੋਈਏ। ਕਰਕੇ ਜਦੋਂ ਅਸੀਂ ਚੰਗੇ ਕੰਮਾਂ ਵੱਲ ਜਾਂਦੇ ਆ, ਵੈਰੀ ਮੱਚਦਾ ਆ, ਉਹ ਕਦੇ ਨਹੀਂ ਚਾਹੁੰਦਾ ਕਿ ਅਸੀਂ ਲੋਕਾਂ ਨੂੰ ਪਰਮੇਸ਼ਵਰ ਦੇ ਨਾਲ ਜੋੜੀਏ। ਸੋ ਉਹ ਹਮੇਸ਼ਾ ਕੋਈ ਨਾ ਕੋਈ ਟਰਬਲ ਪੈਦਾ ਕਰਦਾ ਤਾਂ ਕਿ ਅਸੀਂ ਉਸ ਚੀਜ਼ ਨੂੰ ਹਟ ਜਾਈਏ, ਉਸ ਚੀਜ਼ ਦੇ ਤੋਂ ਪਰਾਂ ਹੋ ਜਾਈਏ, ਉਸ ਚੀਜ਼ ਤੋਂ ਹਟ ਜਾਈਏ। ਪਰ ਉਹ ਜਿਹੜਾ ਟਾਈਮ ਹੁੰਦਾ, ਉਹ ਟਾਈਮ ਸਾਡੀ ਗਰੋਥ ਦਾ ਹੁੰਦਾ। ਸਾਨੂੰ ਸਿਰਫ ਉਸ ਟਾਈਮ ਤੇ ਫੇਥ ਕਰਨਾ ਹੁੰਦਾ ਤੇ ਪ੍ਰੇਅਰ ਕਰਨੀ ਹੁੰਦੀ, ਬਾਕੀ ਸਾਰਾ ਕੁਝ ਪਰਮੇਸ਼ਵਰ ਜੀ ਨੇ ਆਪੇ ਕਰ ਦੇਣਾ। ਕਦੇ ਵੀ ਪਿੱਛੇ ਨਹੀਂ ਹਟਣਾ। ਜੇ ਤੁਹਾਨੂੰ ਕਦੇ ਕੋਈ ਤੁਹਾਡੀ ਠੋਕਰ ਦਾ ਕਾਰਨ ਬਣੇ ਜਾਂ ਤੁਹਾਨੂੰ ਕੋਈ ਅਬਿਊਜ਼ ਕਰੇ, ਜੇ ਤੁਸੀਂ ਉਹਦੇ ਕੋਲ ਜਾ ਕੇ ਪਰਮੇਸ਼ਵਰ ਦੇ ਵਚਨ ਨੂੰ ਸ਼ੇਅਰ ਕਰਦੇ ਆ, ਕਦੇ ਵੀ ਹਟਣਾ ਨਹੀਂ, ਸਗੋਂ ਉਹਦੇ ਤੇ ਵਰਕ ਆਊਟ ਕਰਨਾ, ਸਗੋਂ ਆਪਣੀ ਪ੍ਰੇਅਰ ਦੇ ਵਿੱਚ ਉਸ ਚੀਜ਼ ਨੂੰ ਰੱਖਣਾ ਕਿ ਪਰਮੇਸ਼ਵਰ ਜੀ ਉਹਨੂੰ ਮਾਫ ਕਰਨ। ਕਰਕੇ ਜੀਸਸ ਨੇ ਵੀ ਇਦਾਂ ਹੀ ਕੀਤਾ ਸੀ। ਜਦੋਂ ਜੀਸਸ ਨੂੰ ਲੋਕੀ ਮਾਰਦੇ ਸੀਗੇ, ਕੁੱਟਦੇ ਸੀ, ਤਾਂ ਉਹਨਾਂ ਨੇ ਕਿਹਾ ਸੀਗਾ, ਹੇ ਪਿਤਾ, ਇਹਨਾਂ ਨੂੰ ਨਹੀਂ ਪਤਾ ਇਹ ਕੀ ਕਰ ਰਹੇ ਆ, ਇਹਨਾਂ ਨੂੰ ਮਾਫ ਕਰਨਾ। ਸੋ ਦੇਖੋ ਕਿੰਨਾ ਸੌਫਟ ਹਾਰਟ, ਕਿੰਨਾ ਹੰਬਲ ਹਾਰਟ, ਕਿੰਨਾ ਚੰਗਾ ਸੁਭਾਅ ਜਿਹੜਾ ਜੀਸਸ ਦਾ ਆ। ਸੋ ਜੀਸਸ ਨੇ ਸਾਨੂੰ ਆਪਣੇ ਸੁਭਾਅ ਤੇ ਬਣਾਇਆ, ਤਾਂ ਅਸੀਂ ਉਹੀ ਸੁਭਾਅ ਆਪਣੇ ਵਿੱਚ ਬਿਲਡ ਕਰਨਾ। ਸੋ ਅਸੀਂ ਇੱਕ ਹੋਰ ਵਰਡ ਦੇਖਦੇ ਹਾਂ। Matthew chapter 5 verse 11 and 12 says, Rejoice and be glad, for your reward is great in heaven, for so they persecuted the prophets who were before you. ਉਹ ਕਹਿੰਦੇ ਖੁਸ਼ੀ ਮਨਾਓ, ਵਚਨ 'ਚ ਲਿਖਿਆ ਖੁਸ਼ੀ ਮਨਾਓ ਕਿ ਤੁਹਾਡਾ ਜਿਹੜੇ ਰੂਹਾਂ ਨੂੰ ਬਚਾਉਂਦੇ ਆ ਉਹਨਾਂ ਦੇ ਲਈ ਸਵਰਗ ਦੇ ਵਿੱਚ ਇੱਕ ਰਿਵਾਰਡ ਆ, ਇੱਕ ਚੰਗੀ ਇਨਾਮ ਆ ਜਿਹੜੇ ਲੋਕੀ ਰੂਹਾਂ ਨੂੰ ਬਚਾਉਂਦੇ ਉਹਨਾਂ ਦੇ ਵਾਸਤੇ। ਸੋ ਦੇਖੋ ਸਾਡੇ ਪਿਤਾ ਸਾਨੂੰ ਕਿੰਨਾ ਪਿਆਰ ਕਰਦੇ ਆ। ਐਂਡ ਸਭ ਤੋਂ ਵੱਡੀ ਚੀਜ਼, ਇੱਕ ਤਾਂ ਅਸੀਂ ਰੂਹਾਂ ਨੂੰ ਬਚਾਉਂਦੇ ਆ, ਸੈਕੰਡਲੀ ਜਦੋਂ ਅਸੀਂ ਕਈ ਚੀਜ਼ਾਂ ਬਾਰੇ ਜਾਣਦੇ ਵੀ ਨਹੀਂ ਹੁੰਦੇ, ਪਰ ਜਦੋਂ ਅਸੀਂ ਜੋ ਸਾਨੂੰ ਪਤਾ ਉਹਨਾਂ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਸਾਡੇ ਕੋਲ ਹੋਰ ਗਿਆਨ ਆਉਣਾ ਸ਼ੁਰੂ ਹੋ ਜਾਂਦਾ। ਕਰਕੇ ਕਈ ਵਾਰੀ ਸਾਡੇ ਕੋਲ ਕੁਐਸਚਨਸ ਇਦਾਂ ਦੇ ਆਉਂਦੇ, ਡਾਊਟਸ ਇਦਾਂ ਦੇ ਆਉਂਦੇ ਆ ਕਿ ਸਾਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੁੰਦਾ। ਐਂਡ ਅਸੀਂ ਟਰਾਈ ਕਰਦੇ ਹੁੰਦੇ ਕਿ ਅਸੀਂ ਉਸ ਚੀਜ਼ ਬਾਰੇ ਹੋਰ ਸਟੱਡੀ ਕਰ ਸਕੀਏ ਤਾਂ ਕਿ ਅਸੀਂ ਅਗਲੇ ਨੂੰ ਜਵਾਬ ਦੇ ਸਕੀਏ, ਜਵਾਬ ਇਨ ਦ ਸੈਂਸ ਕਿ ਅੰਡਰਸਟੈਂਡ ਕਰਵਾ ਸਕੀਏ ਜੋ ਵੀ ਉਹਨਾਂ ਦਾ ਕੁਐਸਚਨ ਆ। ਐਂਡ ਉਸ ਸਮੇਂ ਸਾਨੂੰ ਹੋਰ ਗਿਆਨ ਮਿਲਦਾ, ਹੋਰ ਪ੍ਰਕਾਸ਼ ਮਿਲਦਾ। ਸੋ ਵਿਜ਼ਡਮ ਵੰਡਣ ਦੇ ਨਾਲ ਵੱਧਦੀ ਆ, ਘਟਦੀ ਨਹੀਂ। ਇਹ ਸਾਡੇ ਮੰਮ ਸਾਨੂੰ ਹਮੇਸ਼ਾ ਕਹਿੰਦੇ ਹੁੰਦੇ। ਸੋ ਇਹ ਜਿਹੜੀ ਚੀਜ਼ ਆ ਇਹ ਹਮੇਸ਼ਾ ਯਾਦ ਰੱਖਣੀ। ਸੋ
ਅਲਟਰਨੇਟਿਵਸ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਤਾਂ ਫਸਟ ਅਲਟਰਨੇਟਿਵ ਜਿਹੜਾ ਆ, ਫਸਟ ਆਪਸ਼ਨ ਜਿਹੜੀ ਸਾਡੇ ਕੋਲ ਸੋਸ਼ਲ ਮੀਡੀਆ। ਸੋ ਸੋਸ਼ਲ ਮੀਡੀਆ ਜੇ ਅਸੀਂ ਦੇਖੀਏ ਅੱਜ ਇੱਕ ਵੈਕਿਊਮ ਦੀ ਤਰ੍ਹਾਂ ਕੰਮ ਕਰ ਰਿਹਾ, ਇੱਕ ਬਲੈਕ ਹੋਲ ਦੀ ਤਰ੍ਹਾਂ ਬਣ ਚੁੱਕਾ ਹੈ। ਉਹ ਸਾਰਿਆਂ ਨੂੰ ਖਿੱਚ ਰਿਹਾ ਹੈ ਆਪਣੇ ਵੱਲ। ਸੋ ਇੱਕ ਇਨਕਮ ਦਾ ਸੋਰਸ ਬਣ ਚੁੱਕਾ ਹੈ, ਇੱਕ ਸਭ ਤੋਂ ਵੱਡਾ ਪਲੇਟਫਾਰਮ ਬਣ ਚੁੱਕਾ ਜਿਹਦੇ ਵਿੱਚ ਜੇ ਕੁਛ ਵੀ ਸਪਰੈਡ ਕਰਨਾ ਹੋਵੇ, ਕੋਈ ਵੀ ਗੱਲ ਜਾਂ ਕੋਈ ਵੀ ਨਿਊਜ਼ ਸਪਰੈਡ ਕਰਨੀ ਹੋਵੇ, ਸਭ ਤੋਂ ਵੱਡਾ ਪਲੇਟਫਾਰਮ ਸੋਸ਼ਲ ਮੀਡੀਆ। ਕਰਕੇ ਜਿਹੜਾ ਯੂਥ ਆ ਉਹ ਮੋਸਟਲੀ ਇਸ ਚੀਜ਼ ਦੇ ਅਪਡੇਟਡ ਰਹਿੰਦਾ ਆ, ਹਮੇਸ਼ਾ ਨਵੀਂ ਤੋਂ ਨਵੀਂ ਚੀਜ਼ ਜਿਹੜੀ ਉਹ ਉਹਨਾਂ ਤੱਕ ਪਹੁੰਚ ਜਾਂਦੀ ਆ। ਸੋ ਅਸੀਂ ਇਸ ਜਿਹੜੀ ਸਾਡੇ ਕੋਲ ਇਹ ਸੋਸ਼ਲ ਮੀਡੀਆ ਓਪਰਚੁਨਿਟੀ ਆ, ਇਹਨੂੰ ਅਸੀਂ ਇੱਕ ਚੰਗੇ ਤਰੀਕੇ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਚੰਗੇ ਤਰੀਕੇ ਦੇ ਵਿੱਚ ਇਨ ਦ ਸੈਂਸ ਅਸੀਂ ਕੋਈ ਵੀਡੀਓਜ਼ ਬਣਾ ਕੇ ਸ਼ੇਅਰ ਕਰ ਸਕਦੇ ਹਾਂ, ਕਲਿੱਪਸ ਬਣਾ ਕੇ ਸ਼ੇਅਰ ਕਰ ਸਕਦੇ ਹਾਂ, ਪੋਸਟ ਲਿਖ ਕੇ ਜਾਂ ਬਾਈਬਲ ਦੀਆਂ ਵਰਸਿਸ ਦੀਆਂ ਪਿਕਚਰਸ ਖਿੱਚ ਕੇ, ਹਨਾ, ਕੈਪਸ਼ਨਸ ਲਿਖ ਕੇ ਕਈ ਤਰੀਕਿਆਂ ਦੇ ਨਾਲ ਅਸੀਂ ਸ਼ੇਅਰ ਕਰ ਸਕਦੇ ਹਾਂ। ਸੋ ਜਿਹੜਾ ਕ੍ਰਿਸਚੀਅਨ ਯੂਥ ਆ ਸਾਡਾ, ਇਸ ਚੈਨਲ ਦੇ ਉੱਤੇ ਅਸੀਂ ਇੱਕ ਯੂਥ ਦੇ ਲਾਈਫ ਸਟਾਈਲ ਨੂੰ ਸ਼ੇਅਰ ਕਰਦੇ ਹਾਂ। ਸੋ ਇਹ ਇੱਕ ਸਾਡੇ ਲਾਈਫ ਸਟਾਈਲ ਦਾ ਪਾਰਟ ਹੋਣਾ ਚਾਹੀਦਾ। ਜੇ ਤੁਸੀਂ ਕਦੀ ਆਪਣੀ ਵੀ ਪਿਕਚਰ ਸ਼ੇਅਰ ਕਰਦੇ ਆ ਤਾਂ ਤੁਸੀਂ ਕੈਪਸ਼ਨ ਟਰਾਈ ਕਰਿਆ ਕਰੋ ਕਿ ਬਾਈਬਲ ਦੇ ਵਿੱਚੋਂ ਕੈਪਸ਼ਨ ਲਓ। ਬਾਈਬਲ ਦੇ ਵਿੱਚ ਬਹੁਤ ਬਿਊਟੀਫੁਲ ਵਰਸਿਸ ਆ, ਬਹੁਤ ਬਿਊਟੀਫੁਲ ਕੈਪਸ਼ਨਸ ਆ, ਜਿਹੜੀਆਂ ਤੁਸੀਂ ਆਪਣੀਆਂ ਪਿਕਚਰਸ ਦੇ ਥੱਲੇ ਜਾਂ ਕੱਲੀਆਂ ਵਰਸਿਸ ਜਿਹੜੀਆਂ ਲਿਖ ਕੇ ਪੋਸਟ ਕਰ ਸਕਦੇ ਹੁੰਦੇ ਆ। ਸੋ ਪਲੀਜ਼ ਤੁਸੀਂ ਜਿਹੜਾ ਸੋਸ਼ਲ ਮੀਡੀਆ ਸਾਡੇ ਕੋਲ ਓਪਰਚੁਨਿਟੀ ਨੂੰ ਬੈਸਟ ਵਿੱਚ ਯੂਜ਼ ਕਰਨਾ ਆ। ਸੋ ਸੈਕਿੰਡ ਆ ਇਨ ਪਰਸਨ ਮੀਟਿੰਗਸ। ਜਿਹੜੇ ਸਾਡੇ ਨੋਨ ਆ, ਜਿਨ੍ਹਾਂ ਨੂੰ ਅਸੀਂ ਜਾਣਦੇ, ਉਹਨਾਂ ਦੇ ਨਾਲ ਅਸੀਂ ਪਰਸਨਲੀ ਇਹਨਾਂ ਐਕਸਪੀਰੀਅੰਸਿਸ ਨੂੰ ਸ਼ੇਅਰ ਕਰ ਸਕਦੇ ਹੁੰਦੇ ਆ, ਜੈਸੇ ਸਮਾਲ ਗੈਟ ਟੂਗੇਦਰਸ ਕਰ ਸਕਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਇਹ ਸੋਚਦੇ ਵੀ ਕਨਵਰਸੇਸ਼ਨ ਸ਼ੁਰੂ ਕਿੱਥੋਂ ਕਰਨੀ ਆ। ਸੋ ਅਸੀਂ ਕਨਵਰਸੇਸ਼ਨ ਸ਼ੁਰੂ ਕਰ ਸਕਦੇ ਆ। ਅਸੀਂ ਉਹਨਾਂ ਨੂੰ ਪੁੱਛ ਸਕਦੇ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਖੁਸ਼ ਆ, ਸੈਟੀਸਫਾਈਡ ਆ, ਕਰਕੇ ਹਰ ਕਿਸੇ ਦੀ ਲਾਈਫ 'ਚ ਕੋਈ ਨਾ ਕੋਈ ਪ੍ਰੋਬਲਮ ਆ। ਤੇ ਜੇ ਉਹ ਇਨਸਾਨ ਤੁਹਾਨੂੰ ਜਾਣਦਾ ਆ, ਤੁਹਾਡੇ ਕਲੋਜ਼ ਆ, ਤਾਂ ਡੈਫੀਨੇਟਲੀ ਤੁਹਾਡੇ ਨਾਲ ਸ਼ੇਅਰ ਕਰੂਗਾ, ਹਨਾ। ਤੇ ਉਹਦਾ ਸੋਲੂਸ਼ਨ ਜਿਹੜਾ ਆ ਉਹ ਅਸੀਂ ਦੇ ਸਕਦੇ ਆ ਪ੍ਰੇਅਰ, ਹਨਾ। ਐਂਡ ਅਸੀਂ ਪੁੱਛ ਸਕਦੇ ਉਹਨਾਂ ਨੂੰ ਕਿ ਤੁਸੀਂ ਸੰਡੇ ਨੂੰ ਫ੍ਰੀ ਹੁੰਦੇ ਆ। ਜੋ ਸੰਡੇ ਫ੍ਰੀ ਹੁੰਦੇ, ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਵੀ ਸੰਡੇ ਨੂੰ ਚਰਚ ਹੁੰਦੀ ਹੈ ਇੰਨੇ ਤੋਂ ਇੰਨੇ ਵਜੇ, ਤੁਸੀਂ ਪਲੀਜ਼ ਚਰਚ ਆਇਆ ਕਰੋ, ਉੱਥੇ ਥੋੜਾ ਟਾਈਮ ਸਪੈਂਡ ਕਰਿਆ ਕਰੋ, ਤੁਸੀਂ ਪਲੀਜ਼ ਚਰਚ ਆਇਓ। ਬਸ ਇੰਨਾ ਕਹਿ ਦੇਣਾ, ਤੁਸੀਂ ਪਲੀਜ਼ ਚਰਚ ਆਇਓ। ਕਿਉਂਕਿ ਸਾਡਾ ਕੰਮ ਸਿਰਫ ਦੱਸਣਾ ਆ, ਜਿਹੜਾ ਮੰਨਣਾ ਆ ਜਾਂ ਉਸ ਚੀਜ਼ ਨੂੰ ਆਪਣੇ ਅੰਦਰ ਲੈਣਾ, ਉਹਨੂੰ ਮੇਬੀ ਉਸ ਟਾਈਮ ਤੇ ਰਿਸਪੌਂਸ ਨਾ ਦੇਣ, ਪਰ ਸਾਡਾ ਕੰਮ ਉਹਨਾਂ ਤੱਕ ਉਸ ਨਿਊਜ਼ ਨੂੰ ਲੈ ਕੇ ਜਾਣਾ। ਉਹ ਧਿਆਨ ਦੇ ਨਾਲ ਸੁਣਦੇ ਆ ਜਾਂ ਨਹੀਂ ਸੁਣਦੇ, ਉਹ ਤੁਹਾਨੂੰ ਇਗਨੋਰ ਕਰਦੇ ਆ ਜਾਂ ਜੋ ਵੀ ਆ, ਉਹਦੇ ਵੱਲ ਅਸੀਂ ਧਿਆਨ ਨਹੀਂ ਦੇਣਾ। ਅਸੀਂ ਸਿਰਫ ਇਹ ਸੋਚ ਕੇ ਖੁਸ਼ ਹੋਣਾ ਵੀ ਹਾਂਜੀ ਅਸੀਂ ਇਹਨਾਂ ਦੇ ਕੋਲ ਗਏ, ਪਰ ਅਸੀਂ ਆਪਣਾ ਬੈਸਟ ਟਰਾਈ ਕਰਨਾ ਕਿ ਉਹ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕਣ। ਸੋ ਜਦੋਂ ਅਸੀਂ ਸ਼ੁਰੂ ਦੇ ਵਿੱਚ ਗੱਲਾਂ ਕਰਦੇ ਆ, ਸਾਨੂੰ ਬਹੁਤ ਡੀਪ ਜਾਣ ਦੀ ਲੋੜ ਨਹੀਂ, ਕਰਕੇ ਉਹ ਡੀਪਲੀ ਹਲੇ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ। ਅਸੀਂ ਸਿਰਫ ਹਲੇ ਬੇਸ ਬਣਾ ਰਹੇ ਆ। ਸੋ ਜਦੋਂ ਅਸੀਂ ਸਟਾਰਟਿੰਗ ਕਰਨੀ, ਉਦੋਂ ਅਸੀਂ ਉਹਨਾਂ ਦੀਆਂ ਐਕਸਪੀਰੀਐਂਸਿਸ ਤੋਂ ਸ਼ੁਰੂ ਕਰਨੀ ਆ, ਜਾਂ ਆਪਣੀਆਂ ਲਾਈਫ ਸਟੋਰੀਜ਼ ਅਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੁੰਦੇ ਆ। ਤੇ ਫਿਰ ਸੋਲੂਸ਼ਨ ਦੇ ਵਿੱਚ ਅਸੀਂ ਕਹਿ ਸਕਦੇ ਹੁੰਦੇ ਆ ਕਿ ਤੁਸੀਂ ਪਲੀਜ਼ ਸਵੇਰ ਨੂੰ ਉੱਠ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰੇਅਰ ਜ਼ਰੂਰ ਕਰਿਆ ਕਰੋ, ਭਾਵੇਂ 15 ਮਿੰਟ ਕਰਿਆ ਕਰੋ। ਜਦੋਂ 15 ਮਿੰਟ ਜਾਂ 15 ਮਿੰਟ, ਜਦੋਂ ਅੱਧਾ ਘੰਟਾ ਉਹਨਾਂ ਦੀ ਪ੍ਰੇਅਰ ਹੋ ਗਈ, ਤਾਂ ਉਹਨਾਂ ਦੀ ਲਾਈਫ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਣਾ। ਤੁਸੀਂ ਉਹਨਾਂ ਨੂੰ ਦੱਸ ਸਕਦੇ ਵੀ ਪ੍ਰੇਅਰ ਕਿੱਦਾਂ ਕਰਨੀ ਆ, ਹੈਨਾ। ਜਿੱਦਾਂ ਆਪਣੇ ਕੋਲ ਪ੍ਰਿੰਟਡ ਮਟੀਰੀਅਲ ਵੀ ਆ, ਜੇ ਉਹ ਕਹਿੰਦੇ ਸਾਨੂੰ ਪ੍ਰੇਅਰ ਨਹੀਂ ਕਰਨੀ ਆਉਂਦੀ, ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਪਲੀਜ਼ ਚਰਚ ਵਿਜ਼ਿਟ ਕਰ ਲਓ ਇੱਕ ਵਾਰੀ, ਜਾਂ ਪ੍ਰੇਅਰ ਪੇਪਰ ਉਹਨਾਂ ਨੂੰ ਦੇ ਦਿਓ। ਆਪਣੀਆਂ YouTube ਲਾਈਵ ਸਟ੍ਰੀਮਿੰਗ ਹੁੰਦੀ ਆ, ਦੀ ਓਪਨ ਡੋਰ ਚਰਚ ਖੋਜੇਵਾਲਾ ਦੀ ਲਾਈਵ ਸਟ੍ਰੀਮਿੰਗ ਹੁੰਦੀ ਆ ਐਵਰੀ ਸੰਡੇ, ਤੁਸੀਂ ਉਹ ਸ਼ੇਅਰ ਕਰ ਸਕਦੇ ਹੁੰਦੇ ਆ। ਐਂਡ ਕਾਫੀ ਡਿਫਰੈਂਟ ਟਾਈਮਸ ਤੇ ਵੀ ਲਾਈਵ ਸਟ੍ਰੀਮਿੰਗ ਹੁੰਦੀ ਆ YouTube ਤੇ, ਉੱਦਾਂ ਵੀ ਵੀਡੀਓਜ਼ ਅਪਲੋਡ ਹੋਈਆਂ ਹੁੰਦੀਆਂ, ਤਾਂ ਤੁਸੀਂ ਉਹ ਵੀਡੀਓਜ਼ ਜਿਹੜੀਆਂ ਸ਼ੇਅਰ ਕਰ ਸਕਦੇ ਹੁੰਦੇ ਆ। ਸੋ ਜਿਹੜਾ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਇਹਨੇ ਸਾਡੀ ਲਾਈਫ ਨੂੰ ਕਾਫੀ ਈਜ਼ੀ ਬਣਾ ਦਿੱਤਾ, ਪਰ ਜੇ ਅਸੀਂ ਇਹਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਯੂਜ਼ ਕਰੀਏ ਤਾਂ ਇਹ ਸਾਡੇ ਲਈ ਬਹੁਤ
ਬੈਨੀਫਿਟ ਆ। ਸੋ ਹੋਰ ਅਸੀਂ ਸਮॉल ਗੈਟ ਟੂਗੈਦਰਸ ਕਰ ਸਕਦੇ ਹਾਂ, ਜਿਵੇਂ ਕਿਸੇ ਨਾ ਕਿਸੇ ਦੇ ਘਰ ਇਕੱਠੇ ਹੋ ਸਕਦੇ ਹਾਂ। ਜਿਵੇਂ ਸੈਟਰਡੇ ਨੂੰ ਮੋਸਟਲੀ ਜਿਹੜੇ ਅਸੀਂ ਯੂਥ ਆ ਫ੍ਰੀ ਹੁੰਦਾ ਕਰਕੇ ਅਸੀਂ ਆਪਣੀਆਂ ਕਾਲਜਿਸ ਜਾਂ ਸਕੂਲਸ ਜਾਂ ਜੋ ਵੀ ਤੁਸੀਂ ਕਰ ਰਹੇ ਹੋ ਉਹਦੇ ਤੋਂ ਮੋਸਟਲੀ ਆਫ ਹੁੰਦਾ ਜਾਂ ਜਲਦੀ ਫ੍ਰੀ ਹੋ ਜਾਂਦੇ। ਸੋ ਸੈਟਰਡੇ ਨੂੰ ਅਸੀਂ ਟਾਈਮ ਸ਼ਡਿਊਲ ਸੈੱਟ ਕਰਕੇ ਗੈਟ ਟੂਗੈਦਰਸ ਕਰਕੇ ਉਸ ਚੀਜ਼ ਨੂੰ, ਪਰਮੇਸ਼ਵਰ ਦੇ ਵਚਨ ਨੂੰ ਲੋਕਾਂ ਤੱਕ ਆਪਣੇ ਫਰੈਂਡਸ ਦੇ ਵਿੱਚ ਦੱਸ ਸਕਦੇ। ਤੁਸੀਂ ਆਪਣੇ ਐਕਸਪੀਰੀਐਂਸਿਸ ਦੇ ਨਾਲ ਸ਼ੁਰੂ ਕਰ ਸਕਦੇ ਹੁੰਦੇ। ਸੋ ਅਸੀਂ ਪ੍ਰਿੰਟਡ ਮਟੀਰੀਅਲਸ ਹੈਂਡ ਓਵਰ ਕਰ ਸਕਦੇ ਹਾਂ। ਆਪਣੀ ਚਰਚ ਨੇ ਕਾਫੀ ਪ੍ਰਿੰਟਡ ਮਟੀਰੀਅਲ ਵੀ ਬੁੱਕ ਸਟਾਲ ਦੇ ਵਿੱਚ ਰੱਖਿਆ ਆ, ਜਿਹੜਾ ਤੁਸੀਂ ਬਾਏ ਕਰ ਸਕਦੇ ਆ, ਗਿਫਟ ਕਰ ਸਕਦੇ ਆ। ਸੋ ਜਦੋਂ ਉਸ ਚੀਜ਼ ਨੂੰ ਪੜ੍ਹਨਗੇ ਉਹਨਾਂ ਦੀ ਉਸ ਚੀਜ਼ ਨੂੰ ਸਮਝ ਸਕਦੇ ਕਰਕੇ। ਜੇ ਤੁਸੀਂ ਇਹ ਸੋਚਦੇ ਵੀ ਤੁਸੀਂ ਹਲੇ ਨਹੀਂ ਸਮਝਾ ਸਕਦੇ ਜਾਂ ਤੁਸੀਂ ਹਲੇ ਕੌਨਫੀਡੈਂਸ ਨਹੀਂ ਆਇਆ ਤੁਹਾਡੇ ਵਿੱਚ ਇੰਨਾ ਕਿ ਤੁਸੀਂ ਆਪ ਦੱਸ ਸਕੋ, ਤਾਂ ਤੁਸੀਂ ਇਹਨਾਂ ਚੀਜ਼ਾਂ ਇਹ ਆਲਟਰਨੇਟਿਵਸ ਨੂੰ ਯੂਜ਼ ਕਰ ਸਕਦੇ ਹੋ। ਸੋ ਜਿਹੜਾ ਪ੍ਰਿੰਟਡ ਮਟੀਰੀਅਲ ਆ ਇਹ ਮੈਂ ਆਪਣੀ ਇੱਕ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੀ ਆ। ਜਦੋਂ ਅਸੀਂ ਆਈ ਥਿੰਕ 2 ਜਾਂ 2.5 ਸਾਲ ਪਹਿਲਾਂ ਅਸੀਂ ਜਦੋਂ ਇੰਗਲੈਂਡ ਗਏ ਸੀਗੇ, ਉੱਥੇ ਪਾਸਟਰ ਨੈਥਨ ਮੋਰਿਸਨ ਜੀ ਦੀ ਮੀਟਿੰਗ ਸੀਗੀ। ਸੋ ਉਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਜੀ ਦਾ ਕੰਮ ਬਹੁਤ ਹੋ ਰਿਹਾ ਸੀਗਾ। ਉਸ ਜਗ੍ਹਾ ਦੇ ਉੱਤੇ ਅਨੋਇੰਟਿੰਗ ਓਵਰਫਲੋ ਸੀਗੀ। ਸੋ ਜਦੋਂ ਪਰਮੇਸ਼ਵਰ ਜੀ ਦੀ ਪ੍ਰੈਜ਼ੈਂਸ ਉਸ ਜਗ੍ਹਾ ਦੇ ਉੱਤੇ ਹੁੰਦੀ ਆ, ਸੋ ਇੱਕ ਸੁਪਰਨੈਚੁਰਲ ਐਕਸਪੀਰੀਐਂਸਿਸ ਹੁੰਦੇ ਆ। ਤੁਸੀਂ ਗੂਸ ਬੰਪਸ ਹੋ ਜਾਂਦੇ ਜਾਂ ਤੁਸੀਂ ਅੱਖਾਂ 'ਚ ਪਾਣੀ ਵਗਦਾ ਹੀ ਰਹਿੰਦਾ ਹੈ ਨਾ, ਰੋਣਾ ਆ ਜਾਂਦਾ ਜਾਂ ਕੁਛ ਵੀ, ਕਿਉਂਕਿ ਉਹ ਜਿਹੜੇ ਟੀਅਰਸ ਹੁੰਦੇ ਆ ਉਹਦੇ ਨਾਲ ਤੁਸੀਂ ਅੰਦਰੋਂ ਕਲੀਨ ਹੋ ਰਹੇ ਹੁੰਦੇ ਐਕਚੁਅਲੀ। ਸੋ ਉਸ ਟਾਈਮ ਤੇ ਮੈਂ ਪ੍ਰੇਅਰ ਕਰ ਰਹੀ ਸੀਗੀ ਕਿ ਪਰਮੇਸ਼ਵਰ ਜੀ ਮੈਨੂੰ ਟ੍ਰਾਂਸਫਾਰਮ ਕਰਨ, ਜਿੱਦਾਂ ਦੀ ਉਹ ਮੈਨੂੰ ਵੇਖਣਾ ਚਾਹੁੰਦੇ ਜਾਂ ਜਿੱਦਾਂ ਦੇ ਉਹ ਚਾਹੁੰਦੇ ਆ ਕਿ ਮੈਂ ਜਿੱਦਾਂ ਦੀ ਹੋਵਾਂ ਉੱਦਾਂ ਦੀ ਮੈਨੂੰ ਬਣਾ ਦੇਣ। ਤੇ ਮੈਨੂੰ ਪਤਾ ਨਹੀਂ ਸੀ ਕੀ ਹੋ ਰਿਹਾ, ਪਰ ਮੈਂ ਸਾਰੀ ਮੀਟਿੰਗ ਦੇ ਵਿੱਚ ਆਈ ਵਾਸ crying and crying and crying। ਮੇਰੀ ਅੱਖਾਂ ਦੇ ਵਿੱਚ ਬਹੁਤ ਟੀਅਰਸ ਸੀਗੇ। ਮੈਨੂੰ ਕੁਝ ਵੀ ਕਲੀਅਰਲੀ ਨਜ਼ਰ ਨਹੀਂ ਆ ਰਿਹਾ ਸੀ, ਕਿਉਂਕਿ ਹੰਝੂਆਂ ਦੇ ਕਾਰਨ, ਟੀਅਰਸ ਦੇ ਕਾਰਨ ਬਲਰ ਦਿਖਣਾ ਸ਼ੁਰੂ ਹੋ ਜਾਂਦਾ। ਸੋ ਉਸ ਟਾਈਮ ਦੇ ਉੱਤੇ ਇੱਕ ਮੀਟਿੰਗ ਵਾਸ ਅਬਾਊਟ ਟੂ ਗੈਟ ਓਵਰ। ਉਦੋਂ ਇੱਕ ਲੇਡੀ ਆਏ, ਉਹਨਾਂ ਨੇ ਨਾ ਮੈਨੂੰ ਜਿੱਦਾਂ ਸ਼ੋਲਡਰ 'ਚ ਮੈਨੂੰ ਇੱਦਾਂ ਟੱਚ ਕੀਤਾ ਸ਼ੋਲਡਰ ਤੇ। ਉਹਨਾਂ ਨੇ ਬੁਲਾਇਆ ਮੈਨੂੰ, ਮੈਂ ਪਿੱਛੇ ਫੇਸ ਟਰਨ ਕੀਤਾ। ਉਹਨਾਂ ਨੇ ਮੈਨੂੰ ਇੱਕ ਬੁੱਕ ਮਾਰਕ ਹੁੰਦੀ ਜਿੱਦਾਂ, ਉਹਨਾਂ ਨੇ ਮੈਨੂੰ ਇੱਕ ਉਹ ਦਿੱਤਾ, ਉਹਦੇ ਤੇ ਲਿਖਿਆ ਸੀਗਾ ਆਈ ਵਿਲ ਚੇਂਜ ਯੂ ਫਰਮ ਗਲੋਰੀ ਟੂ ਗਲੋਰੀ। ਐਂਡ ਉਹ ਮੇਰੇ ਲਈ ਬਹੁਤ ਵਧੀਆ ਮੂਮੈਂਟ ਸੀਗਾ ਜਿਹਦੇ ਨਾਲ ਬੀਤਦੀ ਉਹਨੂੰ ਪਤਾ। ਐਂਡ ਉਹ ਜਿਹੜਾ ਮੂਮੈਂਟ ਸੀਗਾ ਬੈਸਟ ਮੂਮੈਂਟ ਸੀਗਾ ਕਰਕੇ ਮੈਨੂੰ ਇੰਨੀ ਜ਼ਿਆਦਾ ਤਸੱਲੀ ਮਿਲੀ ਉਹ ਪੜ੍ਹ ਕੇ, ਇੰਨੀ ਜ਼ਿਆਦਾ ਕਰਕੇ। ਉਸ ਟਾਈਮ ਤੇ ਮੇਰੀ ਪ੍ਰੇਅਰ ਕੀ ਸੀ ਕਿ ਪਰਮੇਸ਼ਵਰ ਜੀ ਮੈਨੂੰ ਟ੍ਰਾਂਸਫਾਰਮ ਕਰਿਓ, ਤੇ ਉਹ ਵਚਨ ਦੇ ਵਿੱਚ ਲਿਖਿਆ ਸੀ I will change you from glory to glory। ਉਹ ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਸੋ ਮੈਂ ਇਹਨੂੰ ਇੱਕ ਸੁਪਰਨੈਚੁਰਲ ਐਕਸਪੀਰੀਅੰਸ ਵੀ ਕਾਊਂਟ ਕਰਦੀ ਹਾਂ। ਔਰ ਇਹਦੇ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਪਰਮੇਸ਼ਵਰ ਜੀ ਇਨਸਾਨ ਨੂੰ ਆਪਣੇ ਕੰਮਾਂ ਲਈ ਯੂਜ਼ ਕਰਦੇ ਆ। ਸੋ ਉਹ ਲੇਡੀ ਮੈਨੂੰ ਜਾਣਦੀ ਵੀ ਨਹੀਂ ਸੀਗੀ, ਉਹਨੂੰ ਪਤਾ ਵੀ ਨਹੀਂ ਸੀਗਾ ਮੈਂ ਕੌਣ ਆ। ਉਹਨੇ ਆ ਕੇ ਮੈਨੂੰ ਫੜਾਇਆ ਔਰ ਉਹ ਚਲੇ ਗਈ। ਐਂਡ ਮੀਟਿੰਗ ਓਵਰ ਹੋਣ ਤੋਂ ਬਾਅਦ ਮੈਂ ਕਿਹਾ ਕਿ ਮੈਂ ਉਹਨੂੰ ਥੈਂਕ ਯੂ ਕਰਦੀ ਹਾਂ, ਕਰਕੇ ਮੈਂ ਸੱਚੀ ਬਹੁਤ ਜ਼ਿਆਦਾ ਖੁਸ਼ ਹੋਈ ਸੀ ਜਦੋਂ ਮੈਂ ਉਹਨੂੰ ਪੜ੍ਹਿਆ ਸੀਗਾ। ਐਂਡ ਮੈਂ ਉਹਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਪਰਮੇਸ਼ਵਰ ਜੀ ਨੇ ਤੁਹਾਨੂੰ ਯੂਜ਼ ਕੀਤਾ, ਕਿ ਮੇਰੀ ਪ੍ਰਾਰਥਨਾ ਦਾ ਉੱਤਰ ਤੁਹਾਡੇ ਥਰੂ ਮੇਰੇ ਕੋਲ ਆਇਆ। ਐਂਡ ਜਦੋਂ ਮੈਂ ਫੇਸ ਟਰਨ ਕੀਤਾ, ਐਕਚੁਅਲੀ ਉਹਦਾ ਹੱਥ ਜਿਹੜਾ ਸੀਗਾ ਮੈਨੂੰ ਮਾੜਾ ਜਿਹਾ ਨਜ਼ਰ ਆਇਆ ਸੀਗਾ, ਕਰਕੇ ਪੂਰਾ ਨਹੀਂ ਨਜ਼ਰ ਆਇਆ ਸੀ, ਪਰ ਉਹਦਾ ਹੱਥ ਜਿਹੜਾ ਸੀਗਾ ਉਹ ਵਾਈਟ ਲੇਡੀ ਸੀਗੀ। ਉਹਦਾ ਹੱਥ ਬਹੁਤ ਗੋਰਾ ਸੀਗਾ, ਉਹ ਇੱਕ ਵਾਈਟ ਲੇਡੀ ਸੀ। ਜਦੋਂ ਮੈਂ ਪਿੱਛੇ ਨੂੰ ਟਰਨ ਕੀਤਾ, ਉੱਥੇ ਕੋਈ ਵੀ ਵਾਈਟ ਬੈਠਾ ਹੀ ਨਹੀਂ ਸੀਗਾ। ਉਸ ਲਾਈਨ ਦੇ ਵਿੱਚ ਕੋਈ ਵੀ ਵਾਈਟ ਹੈ ਨਹੀਂ ਸੀਗਾ। ਐਂਡ ਮੈਂ ਜਦੋਂ ਸ਼ੇਅਰ ਕੀਤਾ ਤੇ ਮਮ ਦੇ ਨਾਲ, ਸਾਰੇ ਉਹ ਕਹਿੰਦੇ ਕਿ ਬਹੁਤ ਵਧੀਆ, ਮਤਲਬ
ਇੱਕ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇਰੇ ਨਾਲ, ਤੇ ਮੈਂ ਬਿਲੀਵ ਕਰਦੀ ਹਾਂ ਕਿ ਉਹ ਐਂਜਲ ਵੀ ਹੋ ਸਕਦਾ, ਕਿਉਂਕਿ ਪਰਮੇਸ਼ਵਰ ਜੀ ਸਵਰਗੀ ਦੂਤਾਂ ਨੂੰ ਵੀ ਇਨਸਾਨ ਦੇ ਰੂਪ ਦੇ ਵਿੱਚ ਸਾਡੇ ਕੋਲ ਭੇਜ ਸਕਦੇ ਆ। ਉਹ ਸਾਡੇ ਕੋਲ ਸਾਡੀਆਂ ਦੁਆਵਾਂ ਦੇ ਉੱਤਰ ਉਹਨਾਂ ਦੇ ਥਰੂ ਭੇਜ ਸਕਦੇ। ਸੋ ਇਹ ਐਕਸਪੀਰੀਅੰਸ ਬੜਾ ਬੈਸਟ ਸੀਗਾ। ਸੋ ਇਸੇ ਤਰੀਕੇ ਦੇ ਨਾਲ ਅਸੀਂ ਵੀ ਇੰਨਾ ਵਧੀਆ ਐਕਸਪੀਰੀਅੰਸ ਕਿਸੇ ਨੂੰ ਦੇ ਸਕਦੇ ਆ, ਕਰਕੇ ਸਾਡੇ ਕੋਲ ਵਚਨ ਆ, ਸਾਡੇ ਕੋਲ ਵਚਨ ਦੀ ਨੌਲੇਜ ਆ। ਅਸੀਂ ਰੈਂਡਮਲੀ ਲੋਕਾਂ ਦੇ ਕੋਲ ਜਦੋਂ ਜਾ ਕੇ ਵਚਨ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੀਆਂ ਲਾਈਫ ਦੇ ਵਿੱਚ ਬਹੁਤ ਚੇਂਜ ਆਉਣਾ ਸ਼ੁਰੂ ਹੋ ਜਾਣਾ। ਸੋ ਇਹ ਜਿਹੜੇ ਸਾਡੇ ਕੋਲ ਓਪਰਚੁਨਿਟੀਜ਼ ਆ ਜਿਹੜੀਆਂ ਜਿਨ੍ਹਾਂ ਦੇ ਥਰੂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸਪਰੈਡ ਕਰ ਸਕਦੇ ਆ, ਇਹ ਅਸੀਂ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਆ। ਸਭ ਤੋਂ ਪਹਿਲਾਂ ਇਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਪ੍ਰੇਅਰ ਵਧਾਉਣੀ ਆ, ਸਾਨੂੰ ਆਪਣੀ ਪੋਜ਼ਿਟਿਵਿਟੀ ਵਧਾਉਣੀ ਆ। ਅਸੀਂ ਆਪਣੇ ਵਰਡਸ ਨੂੰ ਅਸੀਂ ਆਪਣੇ ਮਾਈਂਡ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ, ਕਦੀ ਕਿਸੇ ਲਈ ਬੁਰਾ ਬੋਲਣਾ ਨਹੀਂ, ਕਦੀ ਆਪਣੇ ਲਈ ਵੀ ਬੁਰਾ ਨਹੀਂ ਬੋਲਣਾ, ਨਾ ਕਿਸੇ ਲਈ ਬੋਲਣਾ, ਔਰ ਨੈਗੇਟਿਵ ਸੋਚਣਾ ਨਹੀਂ ਆ, ਕਦੀ ਵੀ ਨਾ ਨਹੀਂ ਕਰਨੀ, ਕਿਸੇ ਵੀ ਕੰਮ ਨੂੰ ਨਾ ਨਹੀਂ ਕਰਨੀ, ਕਿਸੇ ਚੰਗੇ ਕੰਮ ਨੂੰ ਕਦੀ ਨਾ ਨਹੀਂ ਕਰਨੀ। ਪਰ ਔਰ ਜੇ ਤੁਹਾਨੂੰ ਕਈ ਵਾਰੀ ਇੱਦਾਂ ਦੀਆਂ ਸਿਚੁਏਸ਼ਨਸ ਹੁੰਦੀਆਂ ਵਾ, ਤੁਹਾਡੇ ਨਾਲ ਕੋਈ ਕਿਸੇ ਦੀ ਆ ਕੇ ਬੁਰਾਈ ਸ਼ੇਅਰ ਕਰਦਾ, ਤਾਂ ਤੁਸੀਂ ਆਪਣੀਆਂ ਗੱਲਾਂ ਦੇ ਥਰੂ ਵੀ ਦੱਸ ਸਕਦੇ, ਤੁਹਾਡੀਆਂ ਗੱਲਾਂ ਦੇ ਥਰੂ ਵੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਤੁਸੀਂ ਜੀਸਸ ਦੀਆਂ ਟੀਚਿੰਗਸ ਦੇ ਉੱਤੇ ਚੱਲਦੇ ਆ। ਤੁਸੀਂ ਉਸ ਟਾਈਮ ਤੇ ਉੱਤੇ ਕਹਿ ਸਕਦੇ ਹੁੰਦੇ ਆ ਕਿ ਸੌਰੀ ਮੈਂ ਫਾਸਟਿੰਗ 'ਚ ਆ, ਕਿ ਮੈਂ ਕਿਸੇ ਦੇ ਬਾਰੇ ਬੁਰਾ ਬੋਲਣਾ ਨਹੀਂ ਹੈ, ਬੁਰਾ ਸੋਚਣਾ ਨਹੀਂ ਹੈ, ਬੁਰਾ ਸੁਣਨਾ ਨਹੀਂ ਆ, ਤੁਸੀਂ ਮਾਈਂਡ ਨਾ ਕਰਿਓ। ਸੋ ਇਹ ਚੀਜ਼ਾਂ ਅਸੀਂ ਕਹਿ ਸਕਦੇ ਹੁੰਦੇ ਆ। ਸੋ ਜਦੋਂ ਸਾਡੇ ਸੁਭਾਅ ਦੇ ਵਿੱਚੋਂ ਜੀਸਸ ਦਾ ਸੁਭਾਅ ਆਉਣਾ ਸ਼ੁਰੂ ਹੋ ਜਾਂਦਾ ਆ, ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਆ, ਤਾਂ ਲੋਕੀ ਤੁਹਾਡੇ ਕੋਲੋਂ ਪਸੰਦ ਕਰਦੇ ਆ ਕਿ ਉਹ ਤੁਹਾਡੇ ਕੋਲੋਂ ਵਚਨ ਨੂੰ ਸੁਣਨ, ਕਰਕੇ ਉਹਨਾਂ ਨੂੰ ਤੁਹਾਡੇ ਵਿੱਚ ਇੱਕ ਪ੍ਰਕਾਸ਼ ਜਿਹੜਾ ਪਰਮੇਸ਼ਵਰ ਜੀ ਦਾ ਹੁੰਦਾ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਸੋ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ। ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ। ਥੈਂਕ ਯੂ।